ਵਿਦਿਆਰਥੀਓ, ਅੱਜ ਆਪਾਂ ਇਕਨੋਮਿਕਸ ਦਾ ਮਤਲਬ ਅਰਥ ਸ਼ਾਸਤਰ ਦਾ ਪਹਿਲਾ ਲੈਸਨ ਹੈ ਜਿਹੜਾ ਉਹ ਕਰਨ ਲੱਗਿਆ, ਮੁੱਢਲੀਆਂ ਧਾਰਨਾਵਾਂ ਮਤਲਬ ਬੇਸਿਕ ਕਨਸੈਪਟ। ਅਰਥ ਸ਼ਾਸਤਰ ਵਿੱਚ ਕੁਝ ਸ਼ਬਦਾਂ ਦਾ ਪ੍ਰਯੋਗ ਹੈ ਜਿਹੜਾ ਖਾਸ ਅਰਥਾਂ ਵਿੱਚ ਲਿਆ ਜਾਂਦਾ ਹੈ। ਇਹਨਾਂ ਨੂੰ ਮੁੱਢਲੀਆਂ ਧਾਰਨਾਵਾਂ ਕਿਹਾ ਜਾਂਦਾ ਹੈ। ਅਰਥ ਸ਼ਾਸਤਰ ਦੀਆਂ ਕੁਝ ਮਹੱਤਵਪੂਰਨ ਮੁੱਢਲੀਆਂ ਧਾਰਨਾਵਾਂ ਨੇ ਜਿਹੜੀਆਂ ਉਹ ਹੇਠ ਲਿਖੇ ਅਨੁਸਾਰ ਨੇ। ਉਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦੀ ਹੈ ਨੈਸ਼ਨਲ ਇਨਕਮ, ਮਤਲਬ ਰਾਸ਼ਟਰੀ ਆਮਦਨ, ਕਿ ਕਿੰਨੀ ਇੱਕ ਦੇਸ਼ ਨੂੰ ਆਮਦਨ ਹੈ ਜਿਹੜੀ ਉਹ ਹੋ ਰਹੀ ਹੈ। ਪਰਿਭਾਸ਼ਾ ਡੈਫੀਨੇਸ਼ਨ ਇਹਦੀ ਆ ਜਾਂਦੀ ਹੈ ਜੀ ਡਨਬਰਗ ਦੇ ਅਨੁਸਾਰ ਰਾਸ਼ਟਰੀ ਆਮਦਨ ਇੱਕ ਦੇਸ਼ ਦੇ ਨਿਵਾਸੀਆਂ ਦੀ ਇੱਕ ਵਰ੍ਹੇ ਵਿੱਚ ਮਤਲਬ 1 ਸਾਲ ਦੇ ਦੌਰਾਨ ਜਿਹੜੀ ਮਜ਼ਦੂਰੀ ਹੋਈ ਹੈ, ਵਿਆਜ ਹੋ ਗਿਆ, ਲਗਾਨ ਹੋ ਗਿਆ ਅਤੇ ਜਿਹੜਾ ਲਾਭ ਹੈ ਉਸ ਤੋਂ ਅਰਜਿਤ ਸ਼ੁੱਧ ਰੂਪ ਵਿੱਚ ਆਮਦਨ ਹੈ ਜਿਹੜੀ ਮੰਨੀ ਜਾਂਦੀ ਹੈ। ਇਹ ਘਰੇਲੂ ਸਾਧਨ ਆਮਦਨ ਅਤੇ ਵਿਦੇਸ਼ਾਂ ਤੋਂ ਅਰਜਿਤ ਸ਼ੁੱਧ ਆਮਦਨ ਦਾ ਜੋੜ ਹੁੰਦਾ ਹੈ। ਐਗਜ਼ਾਮਪਲ ਜੇ ਆਪਾਂ ਗੱਲ ਕਰੀਏ ਤਾਂ ਰਾਸ਼ਟਰੀ ਆਮਦਨ ਦਾ ਅਨੁਮਾਨ ਲਗਾਉਂਦੇ ਸਮੇਂ ਵਸਤਾਂ ਅਤੇ ਸੇਵਾਵਾਂ ਦੀਆਂ ਉਹਨਾਂ ਕੀਮਤਾਂ ਨਾਲ ਗੁਣਾ ਕੀਤਾ ਜਾਂਦਾ ਹੈ। ਜੇਕਰ ਰਾਸ਼ਟਰੀ ਉਤਪਾਦ ਦੀ ਮਾਤਰਾ ਚਾਲੂ ਕੀਮਤਾਂ ਨਾਲ ਗੁਣਾ ਕੀਤਾ ਜਾਵੇ ਤਾਂ ਉਹਨੂੰ ਚਾਲੂ ਕੀਮਤਾਂ ਅਤੇ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ। ਇਸ ਦੇ ਉਲਟ ਜੇਕਰ ਰਾਸ਼ਟਰੀ ਉਤਪਾਦ ਨੂੰ ਕਿਸੇ ਹੋਰ ਵਰ੍ਹੇ ਦੀਆਂ ਕੀਮਤਾਂ ਨਾਲ ਮੀਨਸ ਕਿ ਗੁਣਾ ਕੀਤਾ ਜਾਵੇ ਤਾਂ ਉਸਨੂੰ ਸਥਿਰ ਕੀਮਤਾਂ ਅਤੇ ਰਾਸ਼ਟਰੀ ਆਮਦਨ ਹੈ ਜਿਹੜਾ ਉਹ ਕਿਹਾ ਜਾਂਦਾ ਹੈ। ਕੀਮਤਾਂ ਵਿੱਚ ਆਪਾਂ ਦੇਖਿਆ ਕਿ ਅਕਸਰ ਪਰਿਵਰਤਨ ਹੈ ਜਿਹੜਾ ਹੁੰਦਾ ਰਹਿੰਦਾ ਹੈ। ਤਾਂ ਉਹਦੇ ਸਿੱਟੇ ਵਜੋਂ ਕੀ ਹੁੰਦਾ ਕਿ ਵਸਤੂਆਂ ਅਤੇ ਸੇਵਾਵਾਂ ਦੀ ਮਾਤਰਾ ਹੈ ਜਿਹੜੀ ਉਹ ਬਿਨਾਂ ਕੋਈ ਪਰਿਵਰਤਨ ਹੋਇਆ ਰਾਸ਼ਟਰੀ ਆਮਦਨ ਵਿੱਚ ਵੱਧ ਘੱਟ ਹੈ ਜਿਹੜੀ ਉਹ ਹੋ ਸਕਦੀ ਹੈ। ਇੱਕ ਦੇਸ਼ ਦੀ ਅਸਲ ਆਰਥਿਕ ਤਰੱਕੀ ਦਾ ਅਨੁਮਾਨ ਲਗਾਉਣ ਲਈ ਵੱਖ-ਵੱਖ ਵਰ੍ਹਿਆਂ ਦੀ ਰਾਸ਼ਟਰੀ ਆਮਦਨ ਇੱਕ ਖਾਸ ਸਾਲ ਦੀਆਂ ਜਿਹੜੀਆਂ ਕੀਮਤਾਂ 'ਤੇ ਮਾਪੀ ਜਾਣੀ ਚਾਹੀਦੀ ਹੈ। ਕੀਮਤਾਂ ਸਥਿਰ ਰਹਿਣ ਕਰਕੇ ਅਸਲ ਆਮਦਨ ਵਿੱਚ ਹੋਣ ਵਾਲੇ ਪਰਿਵਰਤਨ ਸਿਰਫ ਵਸਤਾਂ ਅਤੇ ਸੇਵਾਵਾਂ ਵਿੱਚ ਹੋਣ ਵਾਲੇ ਪਰਿਵਰਤਨਾਂ ਕਾਰਨ ਹੀ ਹੋਣਗੇ। ਇੱਕ ਦੇਸ਼ ਦੀ ਰਾਸ਼ਟਰੀ ਆਮਦਨ ਵਿੱਚ ਜਦੋਂ ਘਸਾਵਟ ਖਰਚ ਸ਼ਾਮਿਲ ਰਹਿੰਦਾ ਹੈ ਤਾਂ ਉਸਨੂੰ ਕੁੱਲ ਰਾਸ਼ਟਰੀ ਆਮਦਨ ਹੈ ਜਿਹੜਾ ਕਿਹਾ ਜਾਂਦਾ ਹੈ, ਮਤਲਬ ਗ੍ਰੋਸ ਨੈਸ਼ਨਲ ਇਨਕਮ। ਇਸ ਦੇ ਉਲਟ ਜਦੋਂ ਘਸਾਵਟ ਦਾ ਖਰਚ ਘਟਾ ਦਿੱਤਾ ਜਾਂਦਾ ਹੈ ਤਾਂ ਉਸਨੂੰ ਸ਼ੁੱਧ ਰਾਸ਼ਟਰੀ ਆਮਦਨ ਹੈ ਜਿਹੜੀ ਕਿਹਾ ਜਾਂਦਾ, ਮੀਨਸ ਕਿ ਨੈਟ ਨੈਸ਼ਨਲ ਇਨਕਮ। ਸ਼ੁੱਧ ਰਾਸ਼ਟਰੀ ਆਮਦਨ ਇਜ਼ ਇਕੁਅਲ ਟੂ ਕੁੱਲ ਰਾਸ਼ਟਰੀ ਆਮਦਨ ਮਾਈਨਸ ਘਸਾਵਟ ਖਰਚ। ਡੈਪਰੀਸੀਏਸ਼ਨ ਮੀਨਸ ਕਿ ਜਿਹੜੀ ਵੀ ਕੋਈ ਟੁੱਟ ਭੱਜ ਹੁੰਦੀ ਹੈ ਉਹ ਚੀਜ਼ ਨੂੰ ਜੇਕਰ ਆਪਾਂ ਘਟਾ ਦਈਏ ਤਾਂ ਉਹ ਗ੍ਰੋਸ ਨੈਸ਼ਨਲ ਇਨਕਮ ਹੋ ਗਈ ਜੀ। ਜੇਕਰ ਉਹਨੂੰ ਆਪਾਂ ਵਿੱਚ ਲਾ ਲਈਏ ਤਾਂ ਨੈਟ ਨੈਸ਼ਨਲ ਇਨਕਮ ਹੈ ਜਿਹੜੀ ਉਹ ਆਪਾਂ ਇਸ ਤਰ੍ਹਾਂ ਕੱਢ ਸਕਦੇ ਹਾਂ। ਪ੍ਰਤੀ ਵਿਅਕਤੀ ਆਮਦਨ ਪਰ ਕੈਪੀਟਾ ਇਨਕਮ। ਪ੍ਰਤੀ ਵਿਅਕਤੀ ਆਮਦਨ ਕਿਸੇ ਦੇਸ਼ ਦੇ ਆਰਥਿਕ ਕਲਿਆਣ ਜਾਂ ਲੋਕਾਂ ਦੇ ਜੀਵਨ ਪੱਧਰ ਸੰਬੰਧੀ ਇੱਕ ਮਹੱਤਵਪੂਰਨ ਧਾਰਨਾ ਹੈ ਜਿਹੜੀ ਉਹ ਹੈਗੀ ਹੈ। ਪਰਿਭਾਸ਼ਾ ਆ ਜਾਂਦੀ ਹੈ ਇਹਦੀ ਪ੍ਰਤੀ ਵਿਅਕਤੀ ਆਮਦਨ ਤੋਂ ਭਾਵ ਹੈ ਕਿਸੇ ਦੇਸ਼ ਦੇ ਲੋਕਾਂ ਦੀ ਇੱਕ ਨਿਸ਼ਚਿਤ ਅਵਧੀ ਵਿੱਚ ਪ੍ਰਾਪਤ ਹੋਣ ਵਾਲੀ ਔਸਤ ਆਮਦਨ ਤੋਂ ਹੈ। ਮੀਨਸ ਕਿ ਇੱਕ ਵਿਅਕਤੀ ਨੂੰ 1 ਸਾਲ ਵਿੱਚ ਕਿੰਨੀ ਜਿਹੜੀ ਆਮਦਨ ਹੈ ਪ੍ਰਾਪਤ ਹੁੰਦੀ ਹੈ ਉਹਨੂੰ ਆਪਾਂ ਪ੍ਰਤੀ ਵਿਅਕਤੀ ਆਮਦਨ ਹੈ ਜਿਹੜੀ ਉਹ ਕਹਿੰਦੇ ਹਾਂ। ਐਗਜ਼ਾਮਪਲ ਹੈ ਜੀ 94 ਜਾਂ 95 ਦੇ ਵਿੱਚ ਜਦੋਂ ਜਨਸੰਖਿਆ ਦੀ ਗਿਣਤੀ ਹੋਈ ਤਾਂ ਭਾਰਤ ਦੀ ਜਿਹੜੀ ਪ੍ਰਤੀ ਵਿਅਕਤੀ ਆਮਦਨ ਸੀ ਉਹ 8237 ਰੁਪਏ ਸੀਗੀ। ਇਸ ਦੇ ਉਲਟ ਜਦੋਂ ਮਤਲਬ 2010-11 ਦੇ ਵਿੱਚ ਗਣਨਾ ਹੋਈ ਤਾਂ ਪੰਜਾਬ ਦੀ ਜਿਹੜੀ ਰਾਸ਼ਟਰੀ ਆਮਦਨ ਸੀਗੀ ਉਹ 68,998 ਰੁਪਏ ਸੀਗੀ। ਠੀਕ ਹੈ ਜੀ। ਪ੍ਰਤੀ ਵਿਅਕਤੀ ਆਮਦਨ ਦਾ ਅਨੁਮਾਨ ਹੈ ਜਿਹੜਾ ਉਹ ਤੁਸੀਂ ਰਾਸ਼ਟਰੀ ਆਮਦਨ ਨੂੰ ਜਨਸੰਖਿਆ ਨਾਲ ਵੰਡ ਕਰਕੇ ਲਗਾ ਸਕਦੇ ਹੋ। ਉਸ ਤੋਂ ਬਾਅਦ ਉਪਭੋਗ ਆ ਗਿਆ ਜੀ, ਕੰਜ਼ੰਪਸ਼ਨ। ਉਪਭੋਗ ਦਾ ਸ਼ਬਦ ਦਾ ਜਿਹੜਾ ਪ੍ਰਯੋਗ ਹੈ 2 ਅਰਥਾਂ ਵਿੱਚ ਕੀਤਾ ਜਾਂਦਾ ਹੈ, ਇੱਕ ਕਿਰਿਆ ਦੇ ਰੂਪ ਵਿੱਚ ਅਤੇ ਦੂਜਾ ਖਰਚ ਦੇ ਰੂਪ ਵਿੱਚ। ਉਪਭੋਗ ਉਹ ਕਿਰਿਆ ਹੈ ਜਿਸ ਰਾਹੀਂ ਮਨੁੱਖ ਦੀਆਂ ਲੋੜਾਂ ਨੂੰ ਪ੍ਰਤੱਖ ਸੰਤੁਸ਼ਟੀ ਹੁੰਦੀ ਹੈ, ਜਿਵੇਂ ਪਿਆਸ ਬੁਝਾਉਣ ਲਈ ਆਪਾਂ ਪਾਣੀ ਪੀਂਦੇ ਹਾਂ ਜੀ, ਭੁੱਖ ਮਿਟਾਉਣ ਲਈ ਰੋਟੀ ਦਾ ਪ੍ਰਯੋਗ ਕਰਦੇ ਹਾਂ, ਇਸ ਤਰ੍ਹਾਂ। ਇਸ ਲਈ ਉਪਭੋਗ ਉਹ ਕਿਰਿਆ ਹੈ ਜਿਸ ਰਾਹੀਂ ਕੋਈ ਮਨੁੱਖ ਆਪਣੀਆਂ ਲੋੜਾਂ ਦੀ ਸੰਤੁਸ਼ਟੀ ਲਈ ਕਿਸੇ ਵਿਅਕਤੀ ਜਾਂ ਵਸਤੂ ਦਾ ਉਪਯੋਗਤਾ ਵਿੱਚ ਲਿਆਉਂਦਾ ਹੈ। ਖਰਚ ਦੇ ਰੂਪ ਵਿੱਚ ਉਪਭੋਗ ਤੋਂ ਭਾਵ ਉਸ ਕੁੱਲ ਖਰਚ ਤੋਂ ਹੈ ਜੋ ਉਪਭੋਗ ਵਸਤਾਂ 'ਤੇ ਕੀਤਾ ਜਾਂਦਾ ਹੈ। ਰਾਸ਼ਟਰੀ ਆਮਦਨ ਵਿੱਚ ਲੋਕ ਆਪਣੀਆਂ ਲੋੜਾਂ ਦੀ ਪ੍ਰਤੱਖ ਸੰਤੁਸ਼ਟੀ ਲਈ ਵਸਤਾਂ ਅਤੇ ਸੇਵਾਵਾਂ ਨੂੰ ਖਰੀਦਣ ਲਈ ਜੋ ਰਾਸ਼ੀ ਖਰਚ ਕਰਦੇ ਹਨ ਉਸਨੂੰ ਉਪਭੋਗ ਜਾਂ ਕੁੱਲ ਉਪਭੋਗ ਖਰਚ ਹੈ ਜਿਹੜਾ ਉਹ ਕਹਿੰਦੇ ਹਨ। ਮੰਨ ਲਓ ਕਿਸੇ ਦੀ ਅਰਥ ਵਿਵਸਥਾ ਹੈ ਜਿਹੜੀ ਉਹ ਕੁੱਲ 2000 ਕਰੋੜ ਰੁਪਏ ਹੈ, ਉਸ ਵਿੱਚੋਂ ਉਹਨਾਂ ਨੇ 1500 ਕਰੋੜ ਰੁਪਏ ਨੇ ਜਿਹੜੇ ਉਪਭੋਗ ਵਸਤਾਂ ਜਾਂ ਸੇਵਾਵਾਂ ਖਰੀਦਣ ਲਈ ਖਰਚ ਕਰ ਦਿੱਤੇ ਤਾਂ ਆਪਣੇ ਕੋਲ ਬਚੇ ਜੀ ਜਿਹੜੇ 500 ਕਰੋੜ ਰੁਪਏ, ਉਹ ਕੀ ਆ ਗਈ ਜੀ ਬੱਚਤ। ਠੀਕ ਹੈ ਜੀ। ਉਸ ਤੋਂ ਬਾਅਦ ਪਰਿਭਾਸ਼ਾ ਆ ਗਈ ਜੀ ਉਪਭੋਗ ਦੀ। ਕਿਸੇ ਅਰਥ ਵਿਵਸਥਾ ਵਿੱਚ ਇੱਕ ਵਰ੍ਹੇ ਦੌਰਾਨ ਉਪਭੋਗ ਕੀਤੇ ਜਾਣ ਵਾਲੇ ਖਰਚ ਤੋਂ ਲਿਆ ਜਾਂਦਾ ਹੈ। ਉਦਾਹਰਣ ਆ ਗਈ ਜੀ ਉਪਭੋਗ ਕਈ ਤੱਤਾਂ 'ਤੇ ਜਿਵੇਂ ਆਮਦਨ, ਵਸਤੂ ਦੀ ਕੀਮਤ, ਫੈਸ਼ਨ ਆਦਿ 'ਤੇ ਨਿਰਭਰ ਕਰਦਾ ਹੈ। ਇਸ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਉਪਭੋਗ ਕਈ ਤੱਤਾਂ ਦਾ ਫਲਨ ਹੈ, ਭਾਵ ਕਈ ਤੱਤਾਂ ਉੱਤੇ ਨਿਰਭਰ ਕਰਦਾ ਹੈ। ਪਰੰਤੂ ਉਪਭੋਗ ਉੱਤੇ ਸਭ ਤੋਂ ਵਧੇਰੇ ਪ੍ਰਭਾਵ ਆਮਦਨ ਦਾ ਪੈਂਦਾ ਜੀ, ਕਿਉਂਕਿ ਜੇਕਰ ਆਪਣੀ ਆਮਦਨ ਜ਼ਿਆਦਾ ਹੋਊਗੀ ਤਾਂ ਆਪਣਾ ਉਪਭੋਗ ਹੈ ਜਿਹੜਾ ਉਹ ਜ਼ਿਆਦਾ ਹੋਊਗਾ। ਜੇਕਰ ਆਪਣਾ ਉਪਭੋਗ ਜ਼ਿਆਦਾ ਹੋਊਗਾ, ਆਮਦਨ ਘੱਟ ਹੋਊਗੀ ਤਾਂ ਉਹ ਆਪਾਂ ਕਰ ਹੀ ਨਹੀਂ ਸਕਦੇ, ਉਹ ਆਪਣੇ ਲਈ ਜਿਹੜਾ ਹੈਗਾ ਉਹ ਪ੍ਰੋਬਲਮਸ ਕ੍ਰੀਏਟ ਕਰਦਾ। ਉਸ ਤੋਂ ਬਾਅਦ
ਇਹ ਆ ਗਿਆ ਜੀ ਤੁਹਾਡਾ ਉਪਭੋਗ ਪ੍ਰਵਿਰਤੀ ਹੈ ਜਿਹੜੀ ਉਹ ਦੋ ਪ੍ਰਕਾਰ ਦੀ ਹੁੰਦੀ ਹੈ। ਪਹਿਲੀ ਆ ਜਾਂਦੀ ਹੈ ਜੀ ਔਸਤ ਉਪਭੋਗ ਪ੍ਰਵਿਰਤੀ, ਮੀਨਸ ਕਿ ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ। ਕੁੱਲ ਖਰਚੇ ਅਤੇ ਕੁੱਲ ਆਮਦਨ ਦੇ ਅਨੁਪਾਤ ਨੂੰ ਔਸਤ ਉਪਭੋਗ ਪ੍ਰਵਿਰਤੀ ਕਿਹਾ ਜਾਂਦਾ ਹੈ ਜੀ। ਇਸ ਤੋਂ ਪਤਾ ਚੱਲਦਾ ਹੈ ਕਿ ਲੋਕ ਆਪਣੀ ਕੁੱਲ ਆਮਦਨ ਦਾ ਕਿੰਨਾ ਹਿੱਸਾ ਉਪਭੋਗ ਹੈ ਜਿਹੜਾ ਉਹ ਖਰਚ ਕਰਨਗੇ ਅਤੇ ਕਿੰਨਾ ਹਿੱਸਾ ਹੈ ਜਿਹੜਾ ਬਚਾਉਣਗੇ। ਇਸ ਨੂੰ ਮਤਲਬ ਕੱਢਣ ਦੇ ਲਈ ਅਗਰ ਆਪਾਂ ਦੇਖੀਏ ਤਾਂ ਆਮਦਨ ਦੀ ਵੰਡ ਜਿਹੜੀ ਹੈਗੀ ਉਪਭੋਗ ਨਾਲ ਕਰਕੇ ਕੀਤਾ ਜਾਂਦਾ। ਮਤਲਬ ਔਸਤ ਉਪਭੋਗ ਪ੍ਰਵਿਰਤੀ ਇਜ਼ ਇਕੁਅਲਸ ਟੂ ਉਪਭੋਗ ਅਪੋਨ ਆਮਦਨ। ਜੇਕਰ 100 ਕਰੋੜ ਦੀ ਕੁੱਲ ਆਮਦਨ ਹੈ ਵਿੱਚੋਂ 80 ਕਰੋੜ ਜੇ ਉਪਭੋਗ ਕੀਤੇ ਜਾਂਦੇ ਹਨ ਤਾਂ ਇਹ ਤੁਹਾਡਾ 80% ਹੈ ਜਿਹੜਾ ਉਪਭੋਗ ਜਿਹੜੀ ਪ੍ਰਵਿਰਤੀ ਆ ਤੁਹਾਡੇ ਕੋਲ ਆ ਜਾਂਦੀ ਹੈ। ਸੀਮਾਂਤ ਉਪਭੋਗ ਪ੍ਰਵਿਰਤੀ ਮੀਨਸ ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ। ਆਮਦਨ ਵਿੱਚ ਹੋਣ ਵਾਲੇ ਪਰਿਵਰਤਨ ਵਜੋਂ ਉਪਭੋਗ ਵਿੱਚ ਹੋਣ ਵਾਲੇ ਪਰਿਵਰਤਨ ਦੇ ਅਨੁਪਾਤ ਨੂੰ ਸੀਮਾਂਤ ਉਪਭੋਗ ਪ੍ਰਵਿਰਤੀ ਕਹਿੰਦੇ ਨੇ। ਠੀਕ ਹੈ ਜੀ। ਤਾਂ ਇਹਦੇ ਵਿੱਚ ਹੋ ਜਾਂਦਾ ਜਿਵੇਂ ਆਪਾਂ ਇੱਕ ਗੱਲ ਕਰੀਏ, ਜੇਕਰ ਆਮਦਨ 100 ਕਰੋੜ ਤੋਂ ਵੱਧ ਕੇ 200 ਕਰੋੜ ਹੋ ਜਾਂਦੀ ਹੈ ਤਾਂ ਆਮਦਨ ਵਿੱਚ 100 ਕਰੋੜ ਰੁਪਏ ਦਾ ਪਰਿਵਰਤਨ ਹੋਇਆ। ਠੀਕ ਹੈ ਜੀ। ਤਾਂ ਉਹਦੇ ਵਿੱਚ ਕੀ ਆ ਜਾਂਦਾ ਤੁਹਾਡੇ ਕੋਲ ਵੀ ਮੰਨ ਲਓ ਆਮਦਨ ਵਿੱਚ ਪਰਿਵਰਤਨ ਹੋਣ ਦੇ ਕਾਰਨ ਉਪਭੋਗ 80 ਕਰੋੜ ਰੁਪਏ ਤੋਂ ਵੱਧ ਕੇ 120 ਕਰੋੜ ਹੋ ਗਿਆ, ਤਾਂ ਇਸ ਤਰ੍ਹਾਂ ਉਪਭੋਗ ਵਿੱਚ 40 ਕਰੋੜ ਰੁਪਏ ਦਾ ਜਿਹੜਾ ਪਰਿਵਰਤਨ ਆ ਉਹ ਤੁਹਾਨੂੰ ਦੇਖਣ ਨੂੰ ਮਿਲਿਆ। ਇਸ ਲਈ ਜਿਹੜੀ ਸੀਮਾਂਤ ਉਪਭੋਗ ਪ੍ਰਵਿਰਤੀ ਹੋ ਗਈ ਉਹਨੂੰ ਤੁਸੀਂ 40/100 ਕਰਕੇ ਮੀਨਸ 40% ਤੁਸੀਂ ਇਹਨਾਂ ਨੂੰ ਕੱਢ ਸਕਦੇ ਹੋ। ਨੈਕਸਟ ਕਮਸ ਬਚਤ। ਬਚਤ ਮੀਨਸ ਸੇਵਿੰਗ। ਆਮਦਨ ਵਿੱਚ ਉਪਭੋਗ ਸੰਬੰਧੀ ਖਰਚ ਨੂੰ ਘਟਾਉਣ ਪਿੱਛੋਂ ਜੋ ਧਨ ਬਾਕੀ ਬਚ ਜਾਂਦਾ ਹੈ ਉਸ ਨੂੰ ਬਚਤ ਕਿਹਾ ਜਾਂਦਾ। ਮੀਨਸ ਸਾਰੀਆਂ ਤੁਸੀਂ ਆਪਣੀਆਂ ਲੋੜਾਂ ਪੂਰੀਆਂ ਕਰਕੇ ਜਿਹੜਾ ਧਨ ਤੁਹਾਡੇ ਕੋਲ ਬਚ ਜਾਂਦਾ ਉਹਨੂੰ ਆਪਾਂ ਬਚਤ ਕਹਿੰਦੇ ਹਾਂ। ਬਚਤ ਇਜ਼ ਇਕੁਅਲਸ ਟੂ ਆਮਦਨ ਚੋਂ ਜਦੋਂ ਉਪਭੋਗ ਤੁਸੀਂ ਘਟਾ ਦਿੰਦੇ ਹੋ। ਪਰਿਭਾਸ਼ਾ ਕੇਨਸ ਦੇ ਅਨੁਸਾਰ ਵਾਸਤਵ ਵਿੱਚ ਬਚਤ ਆਮਦਨ ਦੇ ਖਰਚਿਆਂ ਨਾਲੋਂ ਵਧੇਰੇ ਹੁੰਦੀ ਹੈ। ਜਿਵੇਂ ਕਿ ਜੇਕਰ ਕਿਸੇ ਦੀ ਅਰਥ ਵਿਵਸਥਾ ਦੀ ਆਮਦਨ ਹੈ ਜਿਹੜੀ ਉਹ 2000 ਕਰੋੜ ਰੁਪਏ ਹੈ, ਉਪਭੋਗ ਦਾ ਖਰਚ 1500 ਕਰੋੜ ਰੁਪਏ ਹੈ, ਤਾਂ ਬਚਤ 500 ਕਰੋੜ ਰੁਪਏ ਹੋਗੀ ਜੀ, ਹੈ ਨਾ ਜੀ। ਉਪਭੋਗ ਦੀ ਤਰ੍ਹਾਂ ਬਚਤ ਵੀ ਆਮਦਨ ਦਾ ਫਲਨ ਹੁੰਦੀ ਹੈ। ਤਾਂ ਬਚਤ ਪ੍ਰਵਿਰਤੀ ਹੈ ਜਿਹੜੀ ਉਹ ਦੋ ਤਰ੍ਹਾਂ ਦੀ ਹੁੰਦੀ ਹੈ ਜੀ, ਔਸਤ ਬਚਤ ਪ੍ਰਵਿਰਤੀ ਅਤੇ ਸੀਮਾਂਤ ਬਚਤ ਪ੍ਰਵਿਰਤੀ। ਔਸਤ ਬਚਤ ਪ੍ਰਵਿਰਤੀ ਹੈ ਜਿਹੜੀ ਇੱਕ ਵਿਸ਼ੇਸ਼ ਆਮਦਨ ਪੱਧਰ 'ਤੇ ਬਚਤ ਅਤੇ ਆਮਦਨ ਦਾ ਅਨੁਪਾਤ ਹੈ। ਮੀਨਸ ਡਿਵਾਈਡ ਕਰਕੇ ਤੁਸੀਂ ਕੱਢ ਸਕਦੇ ਹੋ ਇਹਨੂੰ। ਜੇਕਰ ਆਮਦਨ 100 ਕਰੋੜ ਰੁਪਏ ਹੈ, ਬਚਤ 20 ਕਰੋੜ ਹੈ, ਤਾਂ ਔਸਤ ਬਚਤ ਹੈ ਜਿਹੜੀ ਉਹ 20% ਹੈ ਜਿਹੜੀ ਨਿਕਲ ਕੇ ਤੁਹਾਡੇ ਕੋਲ ਆ ਜਾਏਗੀ। ਸੀਮਾਂਤ ਬਚਤ ਪ੍ਰਵਿਰਤੀ ਮਾਰਜਨਲ ਪ੍ਰੋਪੈਂਸਿਟੀ ਆਫ ਸੇਵ। ਇਹਦੇ ਵਿੱਚ ਆ ਜਾਊਗਾ ਜੀ ਆਮਦਨ ਵਿੱਚ ਹੋਣ ਵਾਲੇ ਪਰਿਵਰਤਨਾਂ ਕਾਰਨ ਬਚਤ ਵਿੱਚ ਹੋਣ ਵਾਲੇ ਪਰਿਵਰਤਨ ਦੇ ਅਨੁਪਾਤ ਨੂੰ ਮੀਨਸ ਡਿਵਾਈਡ ਕਰਕੇ ਜਦੋਂ ਆਪਾਂ ਕੱਢਾਂਗੇ ਦੈਟ ਇਜ਼ ਨੋਨ ਐਜ਼ ਬਚਤ ਸੀਮਾਂਤ ਪ੍ਰਵਿਰਤੀ। ਉਦਾਹਰਣ ਵਜੋਂ ਜੇਕਰ ਆਪਾਂ ਗੱਲ ਕਰੀਏ, ਜੇਕਰ ਆਮਦਨ 100 ਕਰੋੜ ਹੈ ਤੋਂ ਵੱਧ ਕੇ 200 ਕਰੋੜ ਹੋ ਜਾਂਦੀ ਹੈ ਤਾਂ ਆਮਦਨ ਵਿੱਚ ਜਿਹੜਾ ਹੈਗਾ 100 ਕਰੋੜ ਰੁਪਏ ਦਾ ਪਰਿਵਰਤਨ ਆਪਾਂ ਨੂੰ ਦੇਖਣ ਨੂੰ ਮਿਲਿਆ। ਪਤਾ ਹੀ ਗੱਲ ਹੈ ਜੀ, ਆਪਾਂ ਨੂੰ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਇਹਦੀ। ਇਸ ਦੇ ਸਿੱਟੇ ਵਜੋਂ ਜੇਕਰ ਬਚਤ 20 ਤੋਂ ਵੱਧ ਕੇ 80 ਕਰੋੜ ਹੋ ਜਾਂਦੀ ਹੈ ਤਾਂ ਇਸ ਬਚਤ ਦੇ ਵਿੱਚ ਜਿਹੜਾ ਹੈਗਾ ਪਰਿਵਰਤਨ ਹੈ ਜਿਹੜਾ ਉਹ ਹੋ ਜਾਂਦਾ ਉਹ ਤੁਹਾਡੇ ਕੋਲ ਮੀਨਸ ਕਿ 60 ਜਿਹੜਾ ਕਰੋੜ ਦਾ ਪਰਿਵਰਤਨ ਤੁਹਾਨੂੰ ਦੇਖਣ ਨੂੰ ਮਿਲਿਆ, ਤਾਂ ਹੁਣ ਤੁਸੀਂ 60/100 ਕਰਕੇ ਜਿਹੜਾ ਹੈਗਾ 60% ਤੁਹਾਡੀ ਬਚਤ ਦੇ ਵਿੱਚ ਜਿਹੜਾ ਹੈਗਾ ਉਹ ਹੋ ਜਾਂਦੀ ਹੈ। ਤਾਂ ਕੱਲ੍ਹ ਨੂੰ ਇਹਦੇ ਵਿੱਚ ਆਪਾਂ ਨਿਵੇਸ਼ ਦੀ ਗੱਲ ਕਰਾਂਗੇ ਜੀ। ਹੋਮਵਰਕ ਦੇ ਵਿੱਚ ਤੁਸੀਂ ਕੀ ਕਰਨਾ ਹੈ, ਹੋਮਵਰਕ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ ਤੁਸੀਂ ਕਰਨਾ ਹੈ ਰਾਸ਼ਟਰੀ ਆਮਦਨ ਦੀ ਪਰਿਭਾਸ਼ਾ ਦਿਓ। ਰਾਸ਼ਟਰੀ ਆਮਦਨ ਅਤੇ ਘਰੇਲੂ ਆਮਦਨ ਵਿੱਚ ਅੰਤਰ ਦੱਸਣਾ ਹੈ। ਪ੍ਰਤੀ ਵਿਅਕਤੀ ਆਮਦਨ ਤੋਂ ਕੀ ਭਾਵ ਹੈ। ਪ੍ਰਤੀ ਵਿਅਕਤੀ ਆਮਦਨ ਦਾ ਅਨੁਮਾਨ ਕਿਸ ਤਰ੍ਹਾਂ ਲਗਾਇਆ ਜਾ ਸਕਦਾ ਹੈ। ਉਪਭੋਗ ਤੋਂ ਕੀ ਭਾਵ ਹੈ। ਔਸਤ ਉਪਭੋਗ ਪ੍ਰਵਿਰਤੀ ਅਤੇ ਸੀਮਾਂਤ ਉਪਭੋਗ ਪ੍ਰਵਿਰਤੀ ਦੀ ਪਰਿਭਾਸ਼ਾ ਦਿਓ। ਐਂਡ ਦੇ ਵਿੱਚ ਆ ਗਿਆ ਜੀ ਬੱਚਤ ਤੋਂ ਕੀ ਭਾਵ ਹੈ। ਔਸਤ ਬੱਚਤ ਪ੍ਰਵਿਰਤੀ ਅਤੇ ਸੀਮਾਂਤ ਬੱਚਤ ਪ੍ਰਵਿਰਤੀ ਦੀ ਤੁਸੀਂ ਪਰਿਭਾਸ਼ਾ ਦੇਣੀ ਹੈ। ਨੈਕਸਟ ਕੱਲ੍ਹ ਨੂੰ ਆਪਾਂ ਨਿਵੇਸ਼ ਤੋਂ ਸਟਾਰਟ ਕਰਾਂਗੇ। ਟਿਲ ਦੈਨ ਤੁਸੀਂ ਇਹਨੂੰ ਰਿਵਾਈਜ਼ ਕਰੋ। ਥੈਂਕ ਯੂ।